ਉਹ ਜਨਮਾਂ ਜਨਮਾਂਤਰਾਂ ਦੀ ਜਿਹੜੀ ਲੱਗੀ ਹੋਈ ਬੈਲ ਆ, ਉਹ ਸਾਨੂੰ ਸੋਚਣ ਹੀ ਨਹੀਂ ਦੇ, ਇਹ ਗੱਲ ਸੋਚਣ ਨਹੀਂ ਦਿੰਦੀ ਕਿ ਅਸੀਂ ਗੁਰੂ ਵੱਲ ਆਪਣਾ ਮੂੰਹ ਕਰ ਲਈ। ਜਦੋਂ ਗੁਰੂ ਵੱਲ ਅਸੀਂ ਮੂੰਹ ਕਰਾਂਗੇ, ਕੋਈ ਉਦਾਹਰਨ ਦੇਵਾਂ ਮੈਂ, ਸੂਰਜ ਚੜ੍ਹਦਾ ਨਾ, ਸੂਰਜ ਹੁਣ ਚੜੂਗਾ, ਸੂਰਜ ਚੜੂਗਾ, ਸਾਡਾ ਬਹੁਤ ਲੰਬਾ ਪਿੱਛੇ ਨੂੰ ਪਰਛਾਵਾਂ ਚਲੇ ਜਾਊਗਾ। ਅਸੀਂ ਗੁਰੂ ਵੱਲ ਨੂੰ ਮੂੰਹ ਕਰਨ ਦੀ ਦੇਰ ਸਾਡੀ, ਪਾਪ ਸਾਡੇ ਬਹੁਤ ਪਿੱਛੇ ਚਲੇ ਜਾਣਗੇ, ਬਹੁਤ ਪਿੱਛੇ ਚਲੇ ਜਾਣਗੇ। ਜਿਵੇਂ ਜਿਵੇਂ ਅਸੀਂ ਗੁਰੂ ਦੇ ਨਜ਼ਦੀਕ ਹੁੰਦੇ ਜਾਵਾਂਗੇ, ਪਾਪ ਕਰਮ ਸਾਡੇ ਪੈਰਾਂ ਵਿੱਚ ਆ ਜਾਣਗੇ। ਸੂਰਜ ਦੀ ਗੱਲ ਕੀਤੀ ਆਪਾਂ, ਸੂਰਜ ਜਦੋਂ ਚੜ੍ਹਿਆ, ਬਹੁਤ ਲੰਬਾ ਪਰਛਾਵਾਂ, ਛਾਂ ਸਾਡੇ ਤਨ ਦੀ ਬਹੁਤ ਪਿੱਛੇ ਚਲੇ ਗਈ। ਸੂਰਜ ਸਾਡੇ ਨਜ਼ਦੀਕ ਆ ਗਿਆ, ਸਿਰ ਤੇ ਆ ਗਿਆ, ਛਾਂ ਭਲਾ ਕਿੱਥੇ ਚਲੇ ਗਈ? ਪੈਰਾਂ 'ਚ ਆ ਗਈ ਨਾ। ਸੱਚ ਜਾਣਿਓ, ਗੁਰੂ ਸਦੋਂ ਅਸੀਂ ਗੁਰੂ ਦੇ ਸਨਮੁਖ ਹੋ ਜਾਂਦੇ ਹਾਂ, ਬਿਲਕੁਲ ਨਜ਼ਦੀਕ ਗੁਰੂ ਦੇ ਆ ਜਾਂਦੇ ਹਾਂ, ਤੇ ਪੈਰ ਸ਼ਾਮ ਵਿੱਚ ਆ ਜਾਂਦੀ ਆ, ਛਾਂ ਜਿਹੜੀ ਆ ਉਹ ਪੈਰਾਂ ਵਿੱਚ ਆ ਜਾਂਦੀ ਹੈ। ਜਿੱਦਾਂ ਸੂਰਜ ਦੇ ਸਿਰ ਤੇ ਆਉਣ ਕਰਕੇ ਛਾਂ ਪੈਰਾਂ ਚਲੇ ਗਈ, ਗੁਰੂ ਦੇ ਸਾਹਮਣੇ ਆਉਣ ਕਰਕੇ ਪਾਪ ਵੀ ਸਾਡੇ ਪੈਰਾਂ ਵਿੱਚ ਆ ਜਾਣਗੇ। ਇੰਨੇ ਛੋਟੇ ਹੋ ਗਏ ਨਾ, ਕਿੱਥੇ ਕਈ ਕਿੱਲੇ ਦੂਰ ਛਾਂ ਚਲੇ ਗਈ, ਕਿੱਥੇ ਪੈਰਾਂ 'ਚ ਆ ਗਈ, ਘਟ ਗਈ ਨਾ। ਸਿਰਫ ਗੁਰੂ ਦੇ ਕੋਲ ਆਉਣ ਦੇ ਕਾਰਨ ਹੀ ਗੁਰੂ ਦੀ ਇੰਨੀ ਬਰਕਤ ਹੈ ਕਿ ਪੈਰਾਂ ਵਿੱਚ ਉਹੀ ਪਾਪ ਪੈਰਾਂ ਵਿੱਚ ਰੁਲਣ ਲੱਗ ਜਾਣਗੇ। ਖਤਮ ਕਿਵੇਂ ਕਰੂਗਾ? ਗੱਲ ਤਾਂ ਖਤਮ ਕਰਨ ਦੀ ਹੈ ਨਾ, ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮੈਲ ਧੋਣ ਦੀ ਹੈ ਨਾ। ਇੱਕ ਉਦਾਹਰਨ ਦੇ ਦੇਵਾਂ ਮੈਂ ਪਹਿਲਾਂ। ਦੇਖੋ, ਅਸੀਂ ਚੋਰੀ, ਆਪਾਂ ਗੱਲ ਚੋਰੀ ਦੀ ਆਰੰਭ ਕੀਤੀ ਸੀ ਅੱਜ, ਵੀ ਚੋਰੀ ਕਰਨਾ ਪਾਪ, ਹੇਰਾਫੇਰੀ ਕਰਨਾ ਪਾਪ, ਕਿਸੇ ਨੂੰ ਲੁੱਟਣਾ ਪਾਪ। ਅੰਮ੍ਰਿਤਸਰ ਇਲਾਕੇ ਵਿੱਚ ਇੱਕ ਲੱਖੂ ਹੋਇਆ, ਪੈਰੋਂ ਡਾਕੂ। ਗੁਰੂ ਕਿਵੇਂ ਪਾਪ ਕੱਢਦਾ, ਗੁਰੂ ਕਿਵੇਂ ਮਨ ਦੀ ਲੱਗੀ ਹੋਈ ਮੈਲ ਲਾਉਂਦਾ। ਕੁਝ ਤਾਂ ਸਾਨੂੰ ਵੀ ਕਰਨਾ ਪਊ ਨਾ। ਕੁਝ ਅਸੀਂ ਧੋਣਾ ਚਾਹੀਏ ਬਾਪਾਂ ਦੀ ਮੈਲ ਨੂੰ, ਗੁਰੂ ਤੇ ਧੋਣਾ ਚਾਹੁੰਦਾ ਹੀ ਹੈ, ਪਰ ਕੁਝ ਅਸੀਂ ਵੀ ਉਦਮ ਕਰੀਏ, ਕੁਝ ਅਸੀਂ ਵੀ ਧੋਣ ਦਾ ਯਤਨ ਕਰੀਏ। ਭਾਈ ਕਲਿਆਣਾ ਜੀ ਹਿਮਾਚਲ ਵਿੱਚੋਂ ਰਾਜੇ ਦੀਆਂ ਕੁਝ ਸੰਗਤਾਂ ਦੀਆਂ ਭੇਟਾਵਾਂ ਲੈ ਕੇ ਜੰਗਲ ਵਿੱਚ ਦਿਵੇਦੀ ਆ ਰਿਹਾ ਸੀ। ਅੱਗੇ ਲੱਖੂ ਡਾਕੂ ਜਿਹੜਾ ਸੀ ਮਿਲ ਗਿਆ, ਦੇਖਿਆ ਵੀ ਸਮਾਨ ਤਾਂ ਕਾਫੀ ਹੈ, ਗੱਲ ਬਣ ਗਈ ਹੈ। ਜਦੋਂ ਨਜ਼ਦੀਕ ਆਇਆ, ਇਹਦੇ ਕੋਲ ਜਿਹੜਾ ਕੋਈ ਸ਼ਸਤਰ ਸੀਗਾ ਬੰਦੇ ਨੂੰ ਮਾਰਨ ਵਾਲਾ, ਕੋਈ ਮਾਰਨ ਵਾਲਾ ਸ਼ਸਤਰ ਹੋ ਸਕਦਾ, ਕਿਰਪਾਨ ਹੋ ਸਕਦੀ, ਗੰਡਾਸਾ ਹੋ ਸਕਦਾ,
ਘੋੜਾ ਹੋ ਸਕਦਾ। ਪਰਸ਼ੁਰਾਮ ਕੋਲ ਕੀ ਸੀ? ਤ੍ਰੇਤਾ ਦੇ ਅਵਤਾਰ ਪਰਸ਼ੁਰਾਮ, ਉਹਨਾਂ ਕੋਲ ਕੀ? ਘੋੜਾ ਰੱਖਦੇ ਸੀ। ਉਹਨਾਂ ਨੇ ਘੋੜੇ ਦੇ ਨਾਲ ਹੀ ਜੰਗ ਯੁੱਧ ਕੀਤੇ ਸਾਰੇ। ਤੇ ਗੱਲ ਤਾਂ ਹੈ ਨਾ ਸ਼ਸਤਰ ਦੀ ਵੀ, ਸ਼ਸਤਰ ਕੋਈ ਵੀ ਉਹ ਬੰਦੇ ਨੂੰ ਮਾਰ ਸਕਦਾ ਹੈ, ਆਪ ਦੀ ਰੱਖਿਆ ਕਰ ਸਕਦਾ ਹੈ। ਲੈ ਕੇ ਉਹ ਘੋੜਾ ਸਾਹਮਣੇ ਹੋ ਗਿਆ ਭਾਈ ਕਲਿਆਣਾ ਜੀ। ਭਾਈ ਕਲਿਆਣਾ ਜੀ ਕੌਣ ਸੀ? ਬਾਬਾ ਜੀਵਨ ਸਿੰਘ, ਜਿਹਨੂੰ ਭਾਈ ਜੈਤਾ ਜੀ ਰੰਗਰੇਟਾ ਗੁਰੂ ਕਾ ਬੇਟਾ ਦਾ ਖਿਤਾਬ ਮਿਲਿਆ, ਉਹਦਾ ਪੜਦਾਦਾ, ਉਹਦਾ ਵੱਡ ਵਡੇਰੂ, ਜੋ ਕਿ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨਾਲ ਚੱਲਦਾ ਆ ਰਿਹਾ ਸੀ। ਪੰਚਮ ਪਾਤਸ਼ਾਹ ਦਾ ਸਮਾਂ ਆ ਗਿਆ, ਅਜੇ ਜੁੜਿਆ ਗੁਰੂ ਦੇ ਨਾਲ। ਭਾਈ ਕਲਿਆਣਾ ਜੀ ਕਹਿਣ ਲੱਗੇ ਸੱਜਣਾ, ਜੇ ਤੇ ਤੇਲ ਮੇਰੀ ਵਸਤੂਆਂ ਹੁੰਦੀਆਂ ਇਹ ਸਮਾਨ ਮੇਰਾ ਹੁੰਦਾ ਤੇ ਮੈਂ ਤੈਨੂੰ ਦੇ ਦਿੰਦਾ। ਇਹ ਸਮਾਨ ਮੇਰਾ ਤਾਂ ਹੈ ਨਹੀਂ, ਸਮਾਨ ਇਹ ਗੁਰੂ ਸਾਹਿਬ ਦਾ ਹੈ। ਇਮਾਨਤ ਹੈ ਮੇਰੇ ਮੈਂ ਤਾਂ ਲੈ ਕੇ ਆਇਆ। ਇਮਾਨਤ ਗੁਰੂ ਦੇ ਚਰਨਾਂ ਵਿੱਚ ਰੱਖਣੀ ਆ। ਦੇਖੋ ਫਿਰ ਗੁਰੂ ਦਾ ਨਾਮ ਸੁਣਦਿਆਂ ਸਾਰ ਜਿਹੜਾ ਮਨ ਸੀ ਬਦਲ ਗਿਆ ਲੱਕੂ ਦਾ। ਅਜੇ ਗੁਰੂ ਦੇ ਪਾਣਾ, ਗੁਰੂ ਦਾ ਵਰਤਣਾ ਹੈ, ਗੁਰੂ ਦੀ ਕਲਾ ਅਜੇ ਵਰਤਣੀ ਹੈ। ਕੱਲਾ ਗੁਰੂ ਮੂੰਹ ਦੇ ਵਿੱਚੋਂ ਕਹਿਣ ਦੇ ਨਾਲ ਤਾਂ ਇਹਦੇ ਪਾਸ਼ਾ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਕਹਿੰਦੇ ਹੈ ਮੇਰੇ ਮਨਾ ਗੁਰੂ ਗੁਰੂ ਕਰ, ਗੁਰੂ ਤੋਂ ਬਗੈਰ ਤੈਨੂੰ ਬਚਾਉਣ ਵਾਲਾ ਕੋਈ ਹੋਰ ਨਹੀਂ ਮਿਲ ਸਕਦਾ। ਗੁਰੂ ਤੋਂ ਬਗੈਰ ਤੇਰੀ ਸਹਾਇਤਾ ਕਰਨ ਵਾਲਾ ਹੋਰ ਕੋਈ ਨਹੀਂ। ਉਹ ਲੋਕ ਵਿੱਚ ਵੀ ਤੇਰੇ ਗੁਰੂ ਸਹਾਇਤਾ ਕਰੂਗਾ, ਪਰ ਲੋਕ ਵਿੱਚ ਵੀ ਗੁਰੂ ਤੇਰੀ ਸਹਾਇਤਾ ਕਰੂਗਾ। ਗੁਰੂ ਦਾ ਨਾਮ ਸੁਣਦਿਆਂ ਸਾਰ ਮਨ ਅੰਦਰੋਂ ਝੁਕ ਗਿਆ, ਜਿਹੜਾ ਪਾਪਾਂ ਵਿਸ਼ੇ ਵੀ ਕਰਨ ਦਾ ਭਰਿਆ ਸੀ। ਕਿਉਂਕਿ ਸਾਰੀ ਉਮਰ ਠੱਗੀਆਂ ਡੋਰੀਆਂ ਮਾਰੀਆਂ, ਡਾਕੇ ਮਾਰੇ, ਲੋਕਾਂ ਦੇ ਕਤਲ ਕੀਤੇ, ਮਾਰਿਆ ਲੋਕਾਂ ਨੂੰ, ਸਮਾਨ ਲੁੱਟਿਆ ਉਹਨਾਂ ਦਾ, ਤੇ ਉਹ ਪਾਪ ਕਰਮੀ ਸੀ ਸਾਰਾ। ਆਖਰ ਉਹਦੀ ਵੀ ਤੇ ਮੈਲ ਲੱਗੀ ਸੀ ਨਾ, ਪਰ ਤਾਜੀ ਲੱਗੀ ਹੋਈ ਸੀ, ਇਸ ਜਨਮ ਦੀ ਲੱਗੀ ਹੋਈ ਸੀ। ਹੁਣ ਪਾਸ਼ਾ ਸਾਡੇ ਮਨ ਦੀ ਮੈਲ ਨੂੰ ਕਹਿੰਦੇ ਜਨਮਾਂ ਜਨਮੰਦਰਾਂ ਦੀ ਲੱਗੀ ਹੋਈ, ਕਰੋੜਾਂ ਜਨਮਾਂ ਦੀ ਲੱਗੀ ਹੋਈ। ਤਾਜੀ ਮੈਂ ਛੇਤੀ ਲਵਤਰ ਸਾਦੀ ਹੈ ਨਾ। ਤਾਂ ਆਪਾਂ ਕੱਲ ਪਰਸੋਂ ਵਿਚਾਰ ਕਰਦੇ ਸਾਂ ਵੀ ਤੇਲੀ ਦੇ ਕੋਲ ਜਿਹੜਾ ਕੋਲੂ ਸਾਫ਼ ਕਰਨ ਵਾਲਾ ਕੱਪੜਾ ਹੁੰਦਾ ਖੰਡਣੀ, ਉਹਨੂੰ ਚਾਹੇ ਲੱਖਾਂ ਵਾਰ ਅਸੀਂ ਧੋ ਲਈਏ ਨਹੀਂ ਸਾਫ਼ ਹੋ ਸਕਦਾ। ਇੱਕ ਚਿਕਨਾਈ, ਦੂਜਾ ਤੰਦ ਮੈਲ, ਔਖਾ ਧੋਣਾ। ਅੱਜ ਇਹ ਕੱਪੜਾ ਪਾਇਆ ਹੈ, ਕੱਲ ਨੂੰ ਧੋ ਲਵਾਂਗੇ, ਥੋੜੇ ਜਿਹੇ ਸਾਬਣ ਦੇ ਨਾਲ, ਥੋੜੀ ਜਿਹੀ ਮਿਹਨਤ ਨਾਲ ਸਾਫ਼ ਹੋ ਜਾਣਾ, ਜ਼ਿਆਦਾ ਵਾਰ ਧੋਣ ਦੀ ਲੋੜ ਨਹੀਂ ਪੈਣੀ। ਗੱਲ ਲੱਖੂ ਡੱਕ ਦੀ ਕਰ ਰਿਹਾ ਸੀ, ਗੁਰੂ ਦਾ ਨਾਮ ਸੁਣਦਿਆਂ ਮਨ ਬਦਲ ਗਿਆ। ਭਾਈ ਕਲਿਆਣੇ ਨੂੰ ਕਹਿਣ ਲੱਗਾ ਸੱਜਣਾ, ਜੇ ਸੱਚ ਮੁੱਚ ਗੁਰੂ ਦਾ ਸਮਾਨ ਹੈ, ਗੁਰੂ ਦੀ ਇਮਾਨਤ ਗੁਰੂ ਨੂੰ ਦੇ ਦੇਵੇਂਗਾ
ਤੇ ਫਿਰ ਤੇ ਤੈਨੂੰ ਕੁਛ ਨਹੀਂ ਕਹਿੰਦਾ ਮੈਂ। ਤੇ ਜੇ ਤੂੰ ਗੁਰੂ ਦਾ ਸਮਾਨ ਗੁਰੂ ਦੇ ਨੂੰ ਨਾ ਦਿੱਤਾ, ਆਸੇ ਪਾਸੇ ਕਰਤਾ, ਬੇਈਮਾਨੀ ਕਰ ਲਈ, ਤੇ ਯਾਦ ਰੱਖੇ ਤੇਰੇ ਗੁਰੂ ਦੇ ਸਾਹਮਣੇ ਤੈਨੂੰ ਵੱਢੂਗਾ, ਗੁਰੂ ਦੇ ਸਾਹਮਣੇ ਤੇਰੇ ਦੇ। ਗੁਰੂ ਪਿਆਰੋ ਸਾਖਸ਼ੀ ਹੋ ਗਿਆ, ਗੁਰੂ ਵਿੱਚ ਵਿਚਾਲੇ ਆ ਗਿਆ। ਮੰਜ਼ਿਲ ਕੱਢਦਿਆਂ ਤਨ ਤਨ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਦੋਨੇ ਪਹੁੰਚ ਗਏ। ਭਾਈ ਕਲਿਆਣੀ ਜੀ ਨੇ ਸਾਰੀ ਇਮਾਨਤ ਜਿਹੜੀ ਲੈ ਕੇ ਆਏ ਭੇਟਾਂ ਦੇ ਰੂਪ ਵਿੱਚ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਕੇ ਨਮਸਕਾਰ ਕਰਤੀ, ਮੱਥਾ ਟੇਕਤਾ। ਗੁਰੂ ਦੀ ਪਿਆਰੋ ਦ੍ਰਿਸ਼ਟੀ ਵਿੱਚ ਬਹੁਤ ਵੱਡੀ ਤਾਕਤ ਹੈ। ਉਹਦੀ ਭਗਤੀ, ਉਹਦੀ ਸ਼ਕਤੀ ਵਿੱਚ ਤਾਕਤ ਤਾਂ ਹੈ, ਪਰ ਉਹਦੀ ਦ੍ਰਿਸ਼ਟੀ ਵਿੱਚ ਏਡੀ ਵੱਡੀ ਤਾਕਤ ਹੈ ਕਿ ਚਾਹਵੇ ਤਾਂ ਇੱਕ ਛਿਣ ਵਿੱਚ ਸਾਰਾ ਸੰਸਾਰ ਖਤਮ ਕਰ ਸਕਦਾ ਹੈ, ਚਾਹਵੇ ਤਾਂ ਇੱਕ ਛਿਣ ਵਿੱਚ ਏਡਾ ਵੱਡਾ ਸੰਸਾਰ ਪੈਦਾ ਕਰ ਸਕਦਾ। ਏਡੀ ਵੱਡੀ ਅੱਖ ਦੀ ਦ੍ਰਿਸ਼ਟੀ। ਜਾ ਕਾ ਨੇਤਰ ਹਰਨ ਪਰਨ, ਇੱਕ ਨਿਮਖ ਵਿੱਚ, ਪਲ ਵਿੱਚ ਜ਼ਿਆਦਾ ਸਮਾਂ ਨਹੀਂ। ਹੁਣ ਅੱਖਾਂ ਦ੍ਰਿਸ਼ਟੀ ਜਿਹੜੀ ਸੀ ਉਹ ਪੈ ਗਈ ਲੱਖੂ ਤੇ ਪਾਪੀ ਤੇ, ਜਿਹੜਾ ਜਿਹਨੇ ਸਾਰੀ ਉਮਰ ਡਾਕੇ ਮਾਰੇ, ਸਾਰੀ ਉਮਰ ਕਤਲ ਦੁਨੀਆ ਨੂੰ ਮਾਰਿਆ, ਉੱਤੇ ਪੈ ਗਈ ਨਿਗਾਹ। ਪੁੱਛ ਲਿਆ, ਕਹਿੰਦੇ ਭਾਈ ਲੱਖੂ ਕੀ ਕਰਦਾ ਹੈ? ਬਸ ਲੱਖੂ ਕਹਿਣ ਦੀ ਦੇਰ ਸੀ, ਲੱਖੂ ਦੇ ਅੱਧੇ ਪਾਪ ਨਾਲ ਦੇ ਨਾਲ ਸੜ ਗਏ। ਅੱਧੇ ਪਾਪ ਉਸੇ ਤਰ੍ਹਾਂ ਕਿਵੇਂ ਸੜ ਗਏ ਵੀ? ਅੱਜ ਤੇ ਗੁਰੂ ਨੇ ਕੋਈ ਦਕਸ਼ਨਾ ਨਾਮ ਨਹੀਂ ਦਿੱਤਾ, ਅਜੇ ਕੋਈ ਉਪਦੇਸ਼ ਨਹੀਂ ਦਿੱਤਾ, ਅੱਧੇ ਪਾਪ ਨਾਂ ਦੇ ਨਾਲ ਕਿਵੇਂ? ਪਾਤਸ਼ਾਹ ਸੱਚ ਬੋਲਣਾ ਹੀ ਸੱਚ ਦੇ ਨਾਲ ਜੁੜਨਾ ਹੈ। ਸੱਚ ਬੋਲਣਾ ਜਿਹੜਾ ਨਾ, ਉਹ ਸੱਚ ਦੇ ਨਾਲ ਜੁੜਨਾ ਹੈ। ਸੱਚ ਕੌਣ ਹੈ? ਸੱਚ ਕੇਵਲ ਤੇ ਕੇਵਲ ਭਗਵਾਨ ਰਾਮ ਅੱਲਾ ਖੁਦਾ। ਸੱਚ ਬੋਲਣ ਵਾਲਾ ਅੱਧਾ ਉਹਦੇ ਨਾਲ ਜੁੜਿਆ ਹੁੰਦਾ। ਥੋੜ੍ਹੀ ਜਿਹੀ ਮਿਹਨਤ ਕਰਨ ਦੇ ਨਾਲ ਬਸ ਖੇਡ ਬਣ ਜਾਂਦੀ। ਸੱਚ ਬੋਲਿਆ, ਸੱਚ ਬੋਲਦਿਆਂ ਅਨੁਸਾਰ ਹੀ ਅੱਧੇ ਪਾਪ ਜਿਹੜੇ ਸੀ ਉਹ ਗੁਰੂ ਦੇ ਸਨਮੁਖ ਅੱਧੇ ਸੜ ਗਏ। ਕਹਿਣ ਲੱਗੇ ਡਾਕੇ ਮਾਰਨਾ, ਧੱਕੇ ਨਾਲ ਵਸਤੂਆਂ ਖੋਹਣਾ, ਮਨ ਵਿੱਚ ਆਜ ਨੂੰ ਛੱਡ ਦੇਣਾ ਤੇ ਮਾਰ ਵੀ ਦੇਣਾ। ਸੱਚ ਬੋਲੇ ਨਾ। ਦੇਖੋ ਕਿਹੜੇ ਢੰਗ ਦੇ ਨਾਲ ਗੁਰੂ ਦੀ ਕਲਾ ਜਿਹੜੀ ਉਹ ਵਰਤਦੀ ਹੈ। ਕਹਿਣ ਲੱਗੇ ਲੱਖੂ ਚੋਰੀ ਕਰ, ਡਾਕੇ ਮਾਰ। ਅਸੀਂ ਗੁਰੂ ਦੇ ਕੋਲੋਂ ਆਣ ਕੇ ਆਪਣੇ ਪਾਪ, ਆਪਣੇ ਗੁਨਾਹ, ਆਪਣੀਆਂ ਗਲਤੀਆਂ ਲੁਕਾਉਂਦੇ ਹਾਂ। ਉਹਨਾਂ ਦੇ ਧਰਮ ਦੀ ਚਾਦਰ ਪਾ ਦਿੰਦੇ ਹਾਂ ਵੀ ਗੁਰੂ ਦੇ ਲਾਗੇ ਰਹੋ, ਧਰਮ ਦਾ ਚੋਲਾ ਪਾ ਲਓ, ਤੇ ਬਸ ਕਿਸੇ ਨੂੰ ਕੀ ਪਤਾ ਹੈ। ਪਰ ਸੰਸਾਰ ਤੋਂ ਲੁਕੋ ਸਕਦੇ ਅਸੀਂ, ਪਾਪ ਕਰਮ ਸੰਸਾਰ ਤੋਂ ਲੁਕੋ ਸਕਦੇ ਹਾਂ, ਸੰਸਾਰ ਨੂੰ ਧੋਖੇ ਵਿੱਚ ਰੱਖ ਸਕਦੇ ਹਾਂ। ਪਰ ਜਿਹੜਾ ਗੁਰੂ ਘਟ ਘਟ ਦੀ ਜਾਣਨ ਆ ਰਿਹਾ, ਉਹਦੇ ਕੋਲ ਕਿਵੇਂ ਕੀ ਲੁਕੋ ਰੱਖ ਸਕਦੇ ਅਸੀਂ?
ਉਹ ਕੋਲ ਨਹੀਂ ਕੁਝ ਲਕੋ ਸਕਦੇ। ਅਸੀਂ ਲੁਕਾਉਣ ਦਾ ਯਤਨ ਕਰਦੇ ਤਾਂ ਹੀ ਅਸੀਂ ਪਾਪਾਂ ਦੀ ਮੈਲ ਨਾਲ ਹੋਰ ਭਰਦੇ ਹਾਂ। ਭਾਈ ਪੀੜੀ ਤੋਂ ਉਤਰਦੇ ਕੀ ਹੋਰ ਭਰਦੇ ਮੈਲ ਦੇ ਨਾਲ। ਲੱਖੂ ਨੇ ਆਪਣਾ ਜਿਹੜਾ ਗੁਨਾਹ ਸੀ ਨਾ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਪਾਤਸ਼ਾਹ ਜੀ ਮੈਂ ਤਾਂ ਬੁਰਾ ਕਰਮ ਕਰਦਾ, ਲੋਕਾਂ ਤੋਂ ਲੁੱਟਦਾ ਹੈ, ਲੋਕਾਂ ਨੂੰ ਮਾਰਦਾ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਲੱਖੂ, ਕਿਉਂਕਿ ਲੱਖੂ ਕਹਿਣ ਤੇ ਹੈਰਾਨ ਸੀ ਵੀ ਮੇਰਾ ਨਾਮ ਪਹਿਲੀ ਵਾਰ ਮਿਲਿਆ ਗੁਰੂ ਨੂੰ, ਮੈਂ ਨਾਮ ਦਾ ਕਿਵੇਂ ਇਹਨਾਂ ਨੂੰ ਪਤਾ। ਸੱਚ ਹੈ ਕਿ ਉਹਨੇ ਜਦੋਂ ਨਾਮ ਲੱਖੂ ਕਹਿ ਕੇ ਬੁਲਾਇਆ ਨਾ ਗੁਰੂ ਸਾਹਿਬ ਨੇ, ਉਹਨੂੰ ਇਹ ਗੱਲ ਸੁੱਝ ਗਈ ਕਿ ਮੇਰੇ ਕਰਮਾਂ ਨੂੰ ਵੀ ਜਾਣਦਾ ਮਨ ਕੋਵਾਂ ਨਾ। ਜਿਹੜਾ ਮੇਰਾ ਨਾਮ ਦੱਸ ਸਕਦਾ ਨਾ, ਹੁਣ ਇਹਦੇ ਕਰਮ ਲੁਕਾਊਂਗਾ ਤੇ ਫਿਰ ਮਾੜਾ ਕੰਮ ਹੋ ਜਾਊ। ਆਪਣੇ ਕਰਮਾਂ ਨੂੰ ਲੁਕੋਇਆ ਨਹੀਂ, ਉਜਾਗਰ ਕੀਤਾ, ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੇ ਉਹ ਬੁਰੇ ਪਾਪ ਕਰਮ। ਗੁਰੂ ਸਾਹਿਬ ਨੇ ਦੇਖੋ ਕਿਹੜੇ ਢੰਗ ਦੇ ਨਾਲ ਉਪਦੇਸ਼ ਕੀਤਾ। ਕਹਿੰਦੇ ਲੱਖੂ ਫਿਰ ਇਸ ਤਰ੍ਹਾਂ ਕਰ, ਤੂੰ ਚੋਰੀ ਕਰ, ਰੱਜ ਕੇ ਕਰ, ਡਾਕੇ ਮਾਰ, ਰੱਜ ਕੇ ਮਾਰ, ਲੁੱਟ ਲੋਕਾਂ ਨੂੰ, ਰੱਜ ਕੇ ਲੁੱਟ। ਲੱਖੂ ਖੁਸ਼ ਹੋ ਗਿਆ ਵੀ ਇਹ ਚੰਗਾ ਗੁਰੂ ਆ, ਇਹ ਮੇਰੀ ਜਾਣਦਿਆਂ ਹੋਇਆ ਵੀ ਕਹਿੰਦਾ ਚੋਰੀ ਕਰ। ਤੇ ਪਤਾ ਪਾਤਸ਼ਾਹ ਨੇ ਕਿਹੜੀ ਚੋਰੀ ਕਰਨ ਵਾਸਤੇ ਕਿਹਾ ਸੀ। ਇੱਕ ਰਮਜ ਸੀ ਗੁਰੂ ਦੀ, ਇੱਕ ਬੁਝਾਰਤ ਸੀ ਗੁਰੂ ਦੀ। ਚੋਰੀ ਕਰ, ਰੱਬ ਦੇ ਨਾਮ ਦੀ ਚੋਰੀ ਕਰ, ਮਾਰ ਡਾਕ ਕੇ ਰੱਬ ਦੇ ਨਾਮ ਦੇ। ਭਗਤ ਕਬੀਰ ਸਾਹਿਬ ਨੇ ਲਲਕਾਰ ਕੇ ਸੰਸਾਰ ਦੇ ਲੋਕਾਂ ਨੂੰ ਕਿਹਾ, ਉਸ ਸੰਸਾਰ ਦੇ ਲੋਕੋ, ਜੇ ਤੁਸੀਂ ਲੁੱਟਣਾ ਚਾਹੁੰਦੇ ਲੋਕਾਂ ਨੂੰ, ਤੁਹਾਡਾ ਸੁਭਾਅ ਬਣ ਗਿਆ ਲੁੱਟਣ ਦਾ, ਚੋਰੀ ਕਰਨ ਦਾ ਤੁਹਾਡਾ ਸੁਭਾਅ ਹੈ, ਲੋਕ ਸੌਂ ਜਾਣ, ਤੁਸੀਂ ਰੱਬ ਦਾ ਨਾਮ ਜਪਣ ਲੱਗ ਜਾਓ। ਚੋਰੀ ਕਰੋ ਸੰਸਾਰ ਤੋਂ, ਰੱਬ ਦਾ ਨਾਮ ਲੁੱਟੋ। ਲੁੱਟਣਾ ਤੇ ਲੂਟ ਲੈ, ਰਾਮ ਨਾਮ ਕੀ ਲੂਟ। ਭਗਤ ਕਬੀਰ ਸਾਹਿਬ ਜੀ ਗਵਾਹੀ ਭਰਦੇ ਕਹਿੰਦੇ ਲੁੱਟ, ਜਿੰਨਾ ਲੁੱਟਿਆ ਜਾਂਦਾ ਉਹਨਾਂ ਲੁੱਟ। ਫਿਰ ਇਹ ਸਮਾਂ ਨਹੀਂ ਮਿਲਣਾ ਲੁੱਟਣ ਵਾਲਾ, ਇਹ ਲੁੱਟਣ ਵਾਲਾ ਸਮਾਂ ਮੁੜ ਕੇ ਨਹੀਂ ਮਿਲਣਾ। ਜੇ ਜੀਵਨ ਤੇਰਾ ਤਾਂ ਨਿਕਲ ਗਿਆ ਫਿਰ ਪਛਤਾਏਗਾ ਵੀ ਸੰਸਾਰ ਦੇ ਰੱਬ ਦੇ ਪਿਆਰਿਆਂ ਨੇ ਰੱਬ ਨੂੰ ਲੁੱਟ ਲਿਆ, ਮੈਂ ਰਹਿ ਗਿਆ, ਫਿਰ ਪਛਤਾਏਗਾ। ਕਹਿੰਦੇ ਲੁੱਟ ਜਿੰਨਾ ਲੁੱਟਿਆ ਜਾਂਦਾ, ਮਾਰ ਜਿੰਨਾ ਮਾਰਿਆ ਜਾਂਦਾ ਹੈ। ਕੀ ਮਾਰਨਾ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿੱਦਾਂ ਤੇਰੀ ਛਾਂ ਦੁਪਹਿਰ ਨੂੰ ਪੈਰਾਂ ਵਿੱਚ ਆ ਜਾਂਦੀ ਹੈ, ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਹੰਕਾਰ ਨੂੰ ਆਪਣੇ ਪੈਰਾਂ ਵਿੱਚ ਰੱਖ, ਉੱਪਰ ਨਾ ਹੁੰਦੇ। ਤੇਰੇ ਸਿਰ ਤੇ ਬੈਠੇ ਹੋਏ ਤੈਨੂੰ ਖਰਾਬ ਕਰ ਦੇਣਗੇ, ਤੇਰਾ ਜੀਵਨ ਬਰਬਾਦ ਕਰ ਦੇਣਗੇ। ਤੇਰੇ ਪੈਰਾਂ ਵਿੱਚ ਪਏ ਹੋਏ ਤੈਨੂੰ ਕੁਛ ਨਹੀਂ ਕਰਨਗੇ। ਸੱਚ ਬੋਲਿਆ ਪਿਆਰਿਓ, ਗੁਰੂ ਦੇ ਕੋਲ ਗੁਰੂ ਨੇ ਉੱਤੇ ਕਿਰਪਾ ਕਰ ਦਿੱਤੀ। ਬਹੁਤ ਸਾਰਾ ਉਹਦਾ ਜ਼ਿੰਦਗੀ ਦੇ ਪਾਪ ਜਿਹੜੇ ਸੀ ਕੀਤੇ ਹੋਏ ਪਾਤਸ਼ਾਹ ਨੇ ਸਾੜ ਦਿੱਤੇ। ਹੁਣ ਅੱਧਾ ਉਹਦਾ ਵੀ ਰੋਲ ਸੀਗਾ ਭਾਈ ਲੱਖੂ ਦਾ। ਉਹਨੇ ਫਿਰ ਜੰਗਲਾਂ ਵਿੱਚ ਜਾ ਕੇ ਨਾ ਸੰਸਾਰ ਤੋਂ ਲੋਕੇ ਜੰਗਲਾਂ ਵਿੱਚ ਜਾ ਕੇ ਫਿਰ ਘੋਰ ਤਪੱਸਿਆ ਕੀਤੀ, ਲੁੱਟਿਆ ਰੱਬ ਦਾ ਨਾਮ, ਰੱਜ ਕੇ ਨਾਮ ਲੁੱਟਿਆ। ਤੇ ਫਿਰ ਪਾਪ ਕਰਮ ਜਦੋਂ ਖਤਮ ਹੋ ਗਏ ਨਾ, ਸੜ ਗਏ ਪਾਪ ਕਰਮ ਗੁਰੂ ਦੀ ਕਿਰਪਾ ਦੇ ਨਾਲ। ਪਿਆਰੋ ਰੱਬ ਵਰਗਾ ਹੋ ਗਿਆ, ਰੱਬ ਵਰਗਾ।
ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਸੀ ਕਿ ਇੱਕ ਬੱਚੇ ਦੀ ਉਮਰ 20 ਸਾਲ ਦੀ ਜੋ ਉਸ ਮੁਤਾਬਕ ਇੱਧਰ ਉੱਧਰ ਹੋ ਨਹੀਂ ਸੀ ਸਕਦੀ, ਪਰ 2 ਪ੍ਰਸ਼ਾਦੇ ਉਹ ਵੀ ਕਈਆਂ ਦਿਨਾਂ ਦੇ ਬਾਸੇ, ਸਿਰਫ ਪੇਟ ਭਰਦਾ ਸਵਾਦ ਨਹੀਂ ਸੀ ਲੈਣਾ। ਸਵਾਦ ਰਸ ਜੀਵ ਦਾ ਨਹੀਂ ਸੀ ਲੈਣਾ, ਸਿਰਫ ਪੇਟ ਭਰਨਾ ਸੀ। ਕਈਆਂ ਦਿਨਾਂ ਦੇ 2 ਪ੍ਰਸ਼ਾਦੇ ਮਿਲ ਗਏ, 40 ਸਾਲ ਦੀ 20 ਸਾਲ ਦੀ ਉਮਰ ਦੇ ਦਿੱਤੀ। ਕਹਿੰਦਾ 20 ਸਾਲ ਤੇਰੀ ਉਮਰ ਹੋਰ, 20 ਸਾਲ ਦੀ ਪਰਮੇਸ਼ਰ ਨੇ ਦਿੱਤੀ, 20 ਸਾਲ ਦੀ ਫਿਰ ਦੇਤੀ। ਦੇਖੋ ਗੁਰੂ ਵਰਗਾ ਨਾ, ਰੱਬ ਵਰਗਾ ਨਾ ਹੋਇਆ, ਰੱਬ ਵਰਗਾ ਹੋ ਗਿਆ ਨਾ। ਰੱਬ ਨੇ 20 ਸਾਲ ਦੀ ਦਿੱਤੀ ਉਮਰ, 20 ਸਾਲ ਦੀ ਉਹਨੇ ਦੇਤੀ। ਜਿਸ ਜੋਤਸ਼ੀ ਨੇ ਵਿਕਿਆ ਸੀ ਜਨਮ ਪੱਤਰੀ ਬਣਾਈ ਵੀ ਇਹਦੀ 20 ਸਾਲ ਦੀ ਉਮਰ ਆ, ਉਹਨੇ ਆਪਣੇ ਜੋਤਿਸ਼ ਨੂੰ ਸੱਚਾ ਕਰਨ ਦੇ ਵਾਸਤੇ ਜੰਗਲ ਵਿੱਚ ਜਾ ਕੇ ਬੈਠੇ ਹੋਏ ਭਾਈ ਲੱਖੂ ਦੇ 2 ਲੱਤਾਂ ਮਾਰਤੀਆਂ, 20 ਸਾਲ ਦੀ ਹੋਰ ਦੇ ਦਿੱਤੀ। ਇੱਕ ਰਾਤ ਦੀ 10-10 ਸਾਲ ਦੀ ਉਮਰ ਹੋਰ ਵਧਾ ਦਿੱਤੀ। ਇਹ 40 ਸਾਲ ਉਮਰ ਵਧਾ ਦੇਣੀ, ਰੱਬ ਨੇ 20 ਸਾਲ ਦਿੱਤੀ, ਲੱਖੂ ਨੇ 40 ਸਾਲ ਵਧਾਤੀ, ਹੋਰ 60 ਸਾਲ ਜਿੰਦਾ ਰਿਹਾ। ਉਹ ਪਾਪ ਕਰਮ ਕਰਕੇ ਗੁਰੂ ਦੇ ਨਜ਼ਦੀਕ ਹੋਇਆ ਪਿਆ। ਯਤਨ ਕਰੀਏ ਅਸੀਂ ਵੀ ਗੁਰੂ ਦੇ ਨਜ਼ਦੀਕ ਸਨਮੁਖ ਹੋਈਏ, ਤਾਂ ਕਿ ਸਾਡੇ ਕੀਤੇ ਹੋਏ ਪਾਪ ਕਰਮ ਸਾਡੇ ਪੈਰਾਂ ਵਿੱਚ ਆ ਜਾਣ, ਖਤਮ ਵੀ ਆਪੇ ਹੋ ਜਾਊ। ਜਿੱਦਾਂ ਲੱਖੂ ਦੇ ਖਤਮ ਹੋ ਗਏ ਨਾ ਪਾਪ, ਇੱਦਾਂ ਸਾਡੇ ਵੀ ਹੋ ਜਾਣ ਹੋਣਗੇ, ਤਾਂ ਜੇ ਸਾਡੇ ਜਨਮਾਂ ਜਨਮ ਤੇ ਮਨ ਨੂੰ ਲੱਗੀ ਹੋਈ ਮੈਲ ਜਿਹੜੀ ਉਹ ਧੁੱਪੂਗੀ, ਤਾਂ ਧੁੱਪੂਗੀ। ਗੁਰੂ ਦੇ ਬਚਨ ਸੁਣਾਂਗੇ ਤਾਂ ਗੁਰੂ ਦਾ ਸ਼ਬਦ ਸੁਣਾਂਗੇ ਤਾਂ ਗੱਲ ਸੁਣਨ ਤੇ ਖੜੀ ਹੋਈ। ਸੁਣਨ ਦੇ ਨਾਲ ਦੁੱਖਾਂ ਦਾ ਨਾਸ਼ ਹੁੰਦਾ ਹੈ। ਦੁੱਖ ਕੀ ਹੈ? ਫਿਰ ਦੁੱਖ ਜਨਮ ਮਰਨ ਦਾ ਵੀ ਹੈ, ਦੁੱਖ ਭੁੱਖ ਦਾ ਵੀ ਹੈ, ਦੁੱਖ ਜਮਾ ਦਾ ਵੀ ਹੈ। ਪਾਤਸ਼ਾਹ ਕਹਿੰਦੇ ਸਾਰੇ ਦੇ ਸਾਰੇ ਦੁੱਖ ਸਾਫ਼ ਹੋ ਜਾਣ। ਸਮਾਂ ਹੋ ਗਿਆ, ਪਾਤਸ਼ਾਹ ਕਿਰਪਾ ਕਰੇ। ਜਿੰਨੀ ਕੁ ਪਾਤਸ਼ਾਹ ਨੇ ਆਪਾਂ ਨੂੰ ਵਿਚਾਰ ਬਖਸ਼ ਕੀਤੀ, ਆਪਾਂ ਰਲ ਮਿਲ ਕੇ ਸਾਂਝ ਪਾਈ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਦੇ। ਕੱਲ੍ਹ ਨੂੰ ਜੋ ਪਾਤਸ਼ਾਹ ਆਪਣੇ ਤੇ ਕਿਰਪਾ ਕਰਨਗੇ, ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ।